देखो बड़ियां जड़ियां गल्लां ने वो पिछले दिनों खास तौर पर पंजाब दे नाल संबंधित ने जड़ियां वो वख-वख गल्लां आईयां ते कई ऐसियां अहम गल्लां ने जिहदे उत्ते मैं समझदा कल्ला एक पासा नहीं ਉਹਦੇ ਪਿੱਛੇ अलग-अलग गल्लां है ਜਿਹੜੀਆਂ ਉਹ ਲੋਕਾਂ ਦੇ ਕੋਲ ਜਾਣੀਆਂ ਚਾਹੀਦੀਆਂ ਆਉਣੀਆਂ ਚਾਹੀਦੀਆਂ। देखो मैं एक गल मैं जरूर ਮੰਨਦਾ भी जिथे साडी कमी रही आ देखो एक सरकार हुंदी आ सरकार दे विच जदों कोई भी आपां SIT बनाती SIT बनाउण तो बाद ਉਹਦੇ मैंबर लग गए ते वो भी इन्नी अहम श्री गुरु ग्रंथ साहब दी बेअदबी दा मामला जिहड़ा है ਉਹਦੇ ਉੱਤੇ ਜਾਂਚ ਹੋਵੇ ਤੇ ਇਹ ਗੱਲਾਂ ਕਿਉਂ ਆਉਣ ਇਹ ਕਿਹਦੀ ਕਮੀ ਆ ਇਹ ਜ਼ਰੂਰ ਆਫੀਸਰ ਖਾਸ ਤੌਰ ਤੇ ਮੁੱਖ ਮੰਤਰੀ ਤਾਂ ਹੈਡ ਕਰਦੇ ਹੀ ਕਰਦੇ ਆ ਸਾਰਾ ਕੁਝ ਨੂੰ ਪਰ ਸੰਬੰਧਿਤ ਆਫੀਸਰ ਚਾਹੇ ਉਹ DGP ਹੋਣ ਚਾਹੇ ਉਹ ਹੋਰ ਕੋਈ ਹੋਣ ਉਹ ਇਹ ਗੱਲ ਆਪਾਂ ਨੂੰ ਐਡੀਆਂ ਵੱਡੀਆਂ ਆਪਾਂ ਸਰਕਾਰਾਂ ਚਲਾਉਂਦੇ ਆ ਅੱਜ ਆਪਾਂ ਇਹ ਗੱਲ ਕਹਿ ਰਹੇ ਆ ਕੋਰਟ ਵੀ ਇਹਦੇ ਉੱਤੇ ਜੀ ਕੱਲੇ SIT ਦੇ ਇੱਕ ਮੈਂਬਰ ਦੀ ਉਹਦੇ ਸਾਈਨ ਨੇ ਤੁਸੀਂ ਰਿਪੋਰਟ ਕਿਉਂ ਜਾਣ ਦਿੱਤੀ ਜੀ ਕੱਲੇ ਸਾਈਨ ਤੇ ਉਹਨਾਂ ਦੀ ਇਹ ਜ਼ਿੰਮੇਵਾਰੀ ਕਿਹਦੀ ਬਣਦੀ ਹੈ ਇਹ ਜ਼ਿੰਮੇਵਾਰੀ ਸਾਡੀ ਹੈ ਜਿਹੜੇ ਚਾਹੇ ਇਹਦੇ ਵਿੱਚ SSP ਰੈਂਕ ਦੇ ਚਾਹੇ DGP ਰੈਂਕ ਦੇ ਚਾਹੇ SP ਰੈਂਕ ਦੇ ਜਿਹੜੇ ਵੀ ਮੈਂਬਰ ਸੀ ਉਹ ਕਿਉਂ ਮੈਂਬਰ ਪਿੱਛੇ ਹਟੇ ਉਹਨਾਂ ਦੇ ਸਾਈਨ ਕਿਉਂ ਨਹੀਂ ਤੁਸੀਂ ਕਰਵਾਏ ਦੂਜੀ ਗੱਲ ਇਹ ਤਾਂ ਹੀ ਮੈਂ ਕਹਿਣਾ ਨਾ ਵੀ ਇਹਦੇ ਉੱਤੇ ਬਹੁਤ ਲਾਜ਼ਮੀ ਇਨਕੁਆਇਰੀ ਹੋਣੀ ਚਾਹੀਦੀ ਹੈ ਹਰ ਇਹ ਆਫੀਸਰ ਜਾਂ ਤਾਂ ਗੱਲ ਆ ਜਿਹੜੀ ਉਹ ਪਹੁੰਚਾਉਂਦੇ ਨਹੀਂ ਰਹੇ ਕਿਤੇ ਨਾ ਕਿਤੇ ਜਿਹੜੀ ਅਸੀਂ ਕਹਿੰਦੇ ਆ ਇਹਨਾਂ ਦੇ ਉੱਤੇ ਮੈਂ ਸਮਝਦਾ ਸਭ ਤੋਂ ਵੱਡੀ ਇਨਕੁਆਇਰੀ ਇਹਨਾਂ ਤੇ ਮਾਰਕ ਹੋਣੀ ਚਾਹੀਦੀ ਹੈ ਬਈ ਇਹ ਜਦੋਂ ਇੱਕ ਡਿਸਪਲਿਨਡ ਫੋਰਸ ਆ SIT मीन्स अधीन DGP ਜਦੋਂ ਵੀ ਕੋਈ ਕੋਰਟ ਦੇ ਵਿੱਚ ਚੀਜ਼ ਜਾਂਦੀ ਆ ਉਦੋਂ ਪਹਿਲਾਂ ਜਿਹੜੇ ਵੀ IG ਰੈਂਕ ਦੇ ਆਫੀਸਰ ਉਹ DGP ਨੂੰ ਰਿਪੋਰਟ ਕਿਉਂ ਨਹੀਂ ਉਹਨਾਂ ਨਾਲ ਸਾਂਝੀ ਕੀਤੀ ਕਿਉਂ ਨਹੀਂ ਉਹਨਾਂ ਨੇ ਇਹ ਦੱਸਿਆ ਵੀ ਬਾਕੀ ਮੈਂਬਰ ਸਾਈਨ ਨਹੀਂ ਕਰ ਰਹੇ ਜੇ ਬਾਕੀ ਮੈਂਬਰ ਇਹਨਾਂ ਨਾਲ ਨਹੀਂ ਸਹਿਮਤ ਸੀ ਤਾਂ ਫਿਰ ਕਿਉਂ ਨਾ SIT ਦੇ ਮੈਂਬਰ ਇਹ ਜਿਹੜੇ IG ਨੇ ਇਹ ਕਿਉਂ ਨਾ ਬਦਲੇ ਜਦੋਂ ਬਾਕੀ ਇਹਨਾਂ ਨਾਲ ਸਹਿਮਤ ਨਹੀਂ ਸੀ ਅੱਜ ਇਹ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਵੀ ਜਾਂ ਇਹਨਾਂ ਨੇ ਸਾਈਨ ਕਰਵਾਏ ਨਹੀਂ ਜਾਂ ਉਹਨਾਂ ਨੇ ਸਾਈਨ ਕੀਤੇ ਨਹੀਂ ਇਹ ਦੇਖਣਾ ਕੰਮ ਤਾਂ ਆਪਣਾ ਸੀ ਅੱਜ ਉਂਗਲੀਆਂ ਚੱਕ ਰਹੇ ਆ ਅੱਜ ਉਹ ਜਿਹੜੇ ਦੋਸ਼ੀ ਉਹ ਇਸ SIT ਨੂੰ ਇਹ ਕਹਿਣ ਵੀ ਇਹ ਕਾਂਗਰਸ ਦੀ SIT ਹੈ ਉਹ ਬਈ ਜਿਹਦੀ ਵੀ ਸਰਕਾਰ ਹੋਏਗੀ SIT ਤਾਂ ਉਹੀ ਬਣਾਏਗਾ ਉਹੀ ਮੁੱਖ ਮੰਤਰੀ ਉਹ ਬਣਾਏਗਾ ਜਿਹਦੀ ਵੀ ਗਵਰਨਮੈਂਟ ਹੋਏਗੀ ਚਾਹੇ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਸੀ ਚਾਹੇ SIT ਹੋਵੇ ਤੇ ਇਸ ਕਰਕੇ ਇਹ ਮੌਕਾ ਕਿਉਂ ਦਿੱਤਾ ਤੇ ਜਿਨ੍ਹਾਂ ਨੇ ਦਿੱਤਾ ਮੈਂ ਇਹ ਮੰਗ ਕਰਦਾ ਵੀ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਕਿਉਂ ਨਹੀਂ ਇਹ ਗੱਲ ਚੈੱਕ ਕੀਤੀ ਗਈ ਵੀ ਕੀ ਡਿਫਰੈਂਸਸ ਆ ਰਹੇ ਆ ਕਿਉਂ ਡਿਫਰੈਂਸਸ ਆ ਰਹੇ ਨੇ ਕਿਉਂ ਇੱਕ ਅਫਸਰ ਆ ਜਿਹੜਾ ਉਹ ਸਾਰਿਆਂ ਨੂੰ ਨਾਲ ਲੈ ਕੇ ਨਹੀਂ ਚੱਲ ਰਿਹਾ ਜੇ ਨਹੀਂ ਨਾਲ ਲੈ ਕੇ ਚੱਲ ਰਿਹਾ ਤਾਂ ਬਦਲਿਆ ਕਿਉਂ ਨਹੀਂ ਗਿਆ ਦੂਜੀ ਗੱਲ ਅੱਜ ਮੈਨੂੰ ਇਹ ਦੱਸੋ 9 ਜਿਮਨੀਆਂ ਉਹਨੇ ਜਿਹੜੀਆਂ ਫਾਈਲ ਕੀਤੀਆਂ ਕੋਰਟ 'ਚ ਜਿਨ੍ਹਾਂ ਨੇ ਹਾਈ ਕੋਰਟ ਨੇ ਇਹ ਕਹਿਤਾ ਵੀ ਇਹ ਸਭ ਖਾਰਿਜ ਤੇ 10ਵੀਂ ਜਿਹੜੀ ਜਿਮਨੀ ਆ ਜਿਹਦੇ ਵਿੱਚ ਉਹ ਕਹਿ ਰਹੇ ਆ ਵੀ ਬਾਦਲਾਂ ਦੇ ਨਾਂ ਨੇ ਉਹ ਪੁਲਿਸ ਦੇ ਕੋਲ ਤਾਂ ਹੈ ਉਹ ਬੇਸ਼ੱਕ ਤੁਸੀਂ ਕੋਰਟ 'ਚ ਨਹੀਂ ਦਿੱਤੀ ਪਰ ਤੁਹਾਡੇ ਕੋਲ ਤਾਂ ਰਿਪੋਰਟ ਹੈਗੀ ਆ ਉਹ ਤੁਸੀਂ ਉਹਨੂੰ ਜਨਤਕ ਕਰੋ ਉਹ ਤਾਂ ਕੋਰਟ ਪ੍ਰਾਪਰਟੀ ਨਹੀਂ ਗਈ ਜਿਹੜੀ ਇਹ SIT ਨੇ ਕੁਮਰ ਵਿਜੇ ਪ੍ਰਤਾਪ ਦੀ SIT ਨੇ ਜਿਹੜੀ 10ਵੀਂ ਜਿਮਨੀ ਆਖਰੀ ਰਿਪੋਰਟ ਜਿਹੜੀ ਫਾਈਲ ਕਰਨੀ ਸੀ ਜਿਹੜੀ ਕਿ ਨਹੀਂ ਹੋਈ ਉਦੋਂ ਪਹਿਲਾਂ ਹੀ ਖਾਰਿਜ ਕਰਤੀ ਉਹ ਐਸਾ ਕੀ ਆ ਰਿਪੋਰਟ ਦੇ ਵਿੱਚ ਜਿਹੜੀ ਇਹ ਸਾਰਾ ਕੁਝ ਕੋਰਟ ਨੇ ਉਹ ਉਦੋਂ ਪਹਿਲਾਂ 9 ਦੀਆਂ 9 SIT ਦੀਆਂ ਜਿਮਨੀਆਂ ਹੈ ਜਿਹੜੀਆਂ ਉਹਨੂੰ ਰੱਦ ਕਰਤਾ ਤੇ SIT ਵੀ ਰੱਦ ਕਰਤੀ ਆਖਰ ਜਿਹੜੀ 10ਵੀਂ ਉਹ ਕਹਿ ਰਹੇ ਆ ਤੇ 10ਵੀਂ ਤੋਂ ਜਿਹੜੇ ਥੱਲੇ ਆਫੀਸਰ IG ਦੇ ਆਫੀਸਰ ਥੱਲੇ ਉਹਦੇ ਹੋਰ DSP ਇੰਸਪੈਕਟਰ ASI ਬਹੁਤ ਕੰਮ ਕਰ ਰਹੇ ਸੀਗੇ ਜਿਹੜੇ ਛਾਣਬੀਨ ਕਰ ਰਹੇ ਸੀ ਉਹ ਜਿਹੜੀ 10ਵੀਂ ਜਿਮਨੀ ਆ ਉਹਨੂੰ ਓਪਨ ਕੀਤਾ ਜਾਵੇ ਉਹਨੂੰ ਲੋਕਾਂ ਦੇ ਮੂਹਰੇ ਜਨਤਕ ਕੀਤਾ ਜਾਵੇ ਵੀ ਕੀ ਉਹਦੇ ਵਿੱਚ ਸੀ
ਆਖਰ ਕੱਲ ਨੂੰ ਜੇ ਵਿਜੇ ਕੁਮਾਰ ਪ੍ਰਤਾਪ ਆਈਜੀ ਆ ਜਿਹੜੇ ਉਹ ਜਨਤਕ ਕਰਨਗੇ ਤਾਂ ਸਾਡੀ ਪੁਲਿਸ ਸਾਡੀ ਸਰਕਾਰ ਕਿਉਂ ਨਾ ਉਹ 10ਵੀਂ ਜਿਮਨੀ ਨੂੰ ਜਨਤਕ ਕਰੇ? ਇਹ ਦੋ ਚੀਜ਼ਾਂ ਤੇ ਇਹ ਕਿਵੇਂ ਹੋ ਸਕਦਾ ਹੈ ਤੇ ਕਿਉਂ ਹੋਇਆ? ਇਹ ਜਿਹੜਾ ਸਾਈਨਾਂ ਦਾ ਵਿਵਾਦ ਆ, ਆਖਰ ਇਸੇ ਕਰਕੇ ਹੀ ਇਹ ਗੱਲ ਆ ਜਿਹੜੀ ਕੋਰਟ ਨੇ ਇਹ ਪੁਆਇੰਟ ਤੇ ਜਿਹੜੀ ਆ ਸਾਡਾ ਸਾਰਾ 3.5 ਸਾਲ ਦੀ ਮਿਹਨਤ ਆ ਉਹ ਜਾਇਆ ਚਲੀ ਗਈ। ਤੇ ਕਿਉਂ ਨਹੀਂ ਇਹ ਆਫੀਸਰ ਸਹਿਬਾਨਾਂ ਨੇ ਜਾਂ ਜਿਹੜੇ ਕਾਨੂੰਨੀ ਮਾਹਰ ਸੀ ਜਾਂ ਜਿਹੜਾ ਵੀ ਆਫਿਸ ਸੀਗਾ ਏਜੀ ਦਾ, ਉਹ ਕਿਉਂ ਨਾ ਸੀਐਮ ਸਾਹਿਬ ਨੂੰ ਇਸ ਗੱਲ ਤੇ ਬਰੀਫ ਕਿਉਂ ਨਾ ਕੀਤਾ? ਕਿਉਂ ਨਾ ਉਹਨਾਂ ਨੇ ਦੱਸਿਆ ਵੀ ਇਹ ਇਕੱਲੇ ਸਾਈਨਾਂ ਨਾਲ ਜਿਮਨੀਆਂ ਜਾ ਰਹੀਆਂ ਜੀ, ਇਹ ਕੋਰਟ 'ਚ ਕਿਤੇ ਨਾ ਕਿਤੇ ਕੱਲ ਨੂੰ ਇਹ ਕੁਐਸਚਨ ਰੇਜ਼ ਹੋ ਸਕਦਾ ਹੈ ਜਿਹੜਾ ਹੋਇਆ। ਇਸ ਕਰਕੇ ਉਹ ਮੈਂਬਰ ਪਹਿਲਾਂ ਦੇਖੇ ਜਾ ਸਕਦੇ ਸੀ, ਚੇਅਰਮੈਨ ਦੇਖਿਆ ਜਾ ਸਕਦਾ ਸੀ। ਇਹ ਕਿਉਂ ਅੱਜ ਮੌਕਾ ਹੈ ਜਿਹੜਾ ਇਹ ਦੋਸ਼ੀ ਅੱਜ ਜਿਹੜੇ ਦੋਸ਼ੀ ਨੇ ਉਹ ਅੱਜ ਮਖੌਲ ਬਣਾਉਣ ਇਸ ਗੱਲ ਤੇ? ਉਦੋਂ ਬਾਅਦ ਮੈਂ ਗੱਲ ਕਰਨਾ ਚਾਹੁੰਦਾ ਵੀ ਅੱਜ ਸਾਰੇ ਹੀ ਮਿਨਿਸਟਰ ਸਾਹਿਬਾਨਾਂ ਨੂੰ ਜਿਹੜੀ ਕੈਬਨਿਟ ਹੁੰਦੀ ਹੈ, ਕੈਬਨਿਟ ਜਿਹੜੇ ਸਤਿਕਾਰਯੋਗ ਸਾਚੋ ਨੇ ਉਹ ਸਾਡੇ ਵਿੱਚੋਂ, ਉਹ ਆ ਕੇ ਬਿਲਕੁਲ ਇੱਕ ਸਾਫ਼ ਮੁੱਖ ਮੰਤਰੀ ਸਾਹਿਬ ਤਾਂ ਕਰਨਗੇ ਪਰ ਕਿਤੇ ਨਾ ਕਿਤੇ ਕੈਬਨਿਟ ਦੀ ਵੀ ਜ਼ਿੰਮੇਵਾਰੀ ਆ। ਉਹ ਅੱਜ ਆ ਕੇ ਆਪਣੀ ਸਰਕਾਰ ਦੀ ਜਿਹੜੀ ਛਵੀ ਆ ਉਹਨੂੰ ਇੱਕ ਇਹਨਾਂ ਦਾ ਜਿਹੜਾ ਫਾਰਮਰ ਕੁਲੀਗ ਆ ਜਿਹੜਾ ਉਹ ਇੱਕ ਐਡੀ ਵੱਡੀ ਢਾਹ ਹੈ ਜਿਹੜੀ ਉਹ ਹਰ ਗੱਲ ਨੂੰ ਪਿਛਲੇ ਕਈ ਦਿਨਾਂ ਤੋਂ ਚਾਹੇ ਉਹ ਮੀਡੀਆ 'ਚ ਜਾ ਕੇ ਪ੍ਰੈਸ ਕਾਨਫਰੰਸ ਕਰਕੇ ਚਾਹੇ ਕਿਵੇਂ ਵੀ ਆ, ਉਹ ਬਹੁਤ ਵੱਡਾ ਨੁਕਸਾਨ ਆ ਜਿਹੜਾ ਉਹ ਕਰ ਰਿਹਾ। 100% ਮੈਂ ਇਸ ਗੱਲ ਨਾਲ ਖੜਾ ਹਾਂ ਅੱਜ ਵੀ ਇਹਦੇ ਵਿੱਚ ਲੈਪਸਿਸ ਹੋਏ ਆ, ਜਿਹੜਾ ਕਿ ਬਰਗਾੜੀ ਦਾ, ਬਹਿਬਲ ਕਲਾਂ ਦਾ, ਕੋਟਕਪੂਰਾ ਦਾ, ਜਿੰਨੇ ਵੀ ਇਹ ਗੁਰੂ ਗ੍ਰੰਥ ਸਾਹਿਬ ਜੀ ਨਾਲ ਤੇ ਖਾਸ ਤੌਰ ਜਿਹੜੇ ਸਿੱਖ ਨੌਜਵਾਨਾਂ ਨਾਲ ਜਿਹੜੇ ਸ਼ਹੀਦ ਹੋਏ ਆ, ਜੁੜੇ ਹੋਏ ਆ, ਉਹ ਅੱਜ ਬਿਲਕੁਲ ਲੋਕ ਇਹ ਕਹਿ ਰਹੇ ਆ, ਮੈਂ ਉਸੇ ਗੱਲ ਤੇ ਖੜਾ ਹਾਂ ਵੀ ਅੱਜ ਲੋਕ ਕਹਿ ਰਹੇ ਆ ਵੀ ਸਾਡੀ ਇਹ ਕਿਤੇ ਨਾ ਕਿਤੇ ਦੇਰੀ ਤੇ ਸਾਡੀ ਨਾਕਾਮੀ ਆ, ਪਰ ਉਹਨੂੰ ਦੂਰ ਕਰਨ ਲਈ ਆਪਾਂ ਰਹਿਣਾ ਤਾਂ ਕਾਂਗਰਸ 'ਚ, ਆਪਾਂ ਕਿਤੇ ਪਾਰਟੀਆਂ ਛੱਡ ਕੇ ਕਿਸੇ ਵਾਂਗੂ ਭੱਜਣਾ ਤਾਂ ਹੈ ਨਹੀਂ। ਤੇ ਇਸ ਕਰਕੇ ਤਕੜੇ ਹੋ ਕੇ ਇਸ ਗੱਲ ਨੂੰ ਆ ਕੇ ਸਾਬਤ ਕਰੋ। ਗੱਲ ਇਕੱਲੇ ਬੰਦੇ ਦੀ ਨਹੀਂ ਕਦੇ ਹੁੰਦੀ। ਸਰਕਾਰਾਂ ਜਿਹੜੀਆਂ ਚੱਲਦੀਆਂ, ਪਾਰਟੀਆਂ ਚੱਲਦੀਆਂ, ਉਹ ਸਾਰੇ ਕਲੈਕਟਿਵ ਡਿਸੀਜਨ ਨਾਲ ਸਾਰਿਆਂ ਨਾਲ ਚੱਲਦੀਆਂ ਏ ਤੇ ਇੱਕ ਬੰਦੇ ਦੀ ਜ਼ਿੰਮੇਵਾਰੀ ਨਹੀਂ ਕਿਸੇ ਦੀ ਹੋ ਸਕਦੀ। ਇਸ ਗੱਲ ਤੋਂ ਮੈਂ ਬਿਲਕੁਲ ਇਹ ਮੁਨਕਰ ਨਹੀਂ ਹੋ ਸਕਦਾ। ਸਭ ਦੀ ਜ਼ਿੰਮੇਵਾਰੀ ਹੈ। ਜਦੋਂ ਤੁਸੀਂ ਇਲੈਕਸ਼ਨਾਂ ਜਾਣਾ ਹੈ, ਕੱਲ ਨੂੰ ਜਵਾਬਦੇਹੀ ਕੱਲੇ ਐਮਐਲਏ ਦੀ ਹੋਣੀ ਆ ਜਿਹਨੇ ਇਲੈਕਸ਼ਨ ਲੜਨੀ ਹੈ, ਕੱਲੇ ਮੰਤਰੀ ਦੀ ਹੋਣੀ ਆ, ਕੱਲੇ ਕਾਂਗਰਸ ਦੇ ਵਰਕਰ ਦੀ ਹੋਣੀ ਆ। ਇਸ ਕਰਕੇ ਇਹ ਨਹੀਂ ਆਪਾਂ ਕਹਿ ਸਕਦੇ ਵੀ ਕਿਸੇ ਕੱਲੇ ਦੀ ਜ਼ਿੰਮੇਵਾਰੀ ਹੈ। ਜ਼ਿੰਮੇਵਾਰੀ ਆ ਤੇ ਸਭ ਦੀ ਆ ਤੇ ਜ਼ਿੰਮੇਵਾਰੀ ਲੈਣੀ ਵੀ ਸਭ ਨੂੰ ਪਊਗੀ। ਇਸ ਤੋਂ ਕੋਈ ਭੱਜ ਨਹੀਂ ਸਕਦਾ। ਜਿਹੜਾ ਭੱਜਦਾ ਭੱਜ ਜੇ, ਉਹਨਾਂ ਦੀ ਮੈਂ ਗੱਲ ਨਹੀਂ ਕਰਨੀ ਚਾਹੁੰਦਾ, ਪਰ ਦੁੱਖ ਹੁੰਦਾ ਇਹ ਬੰਦੇ ਉਹ ਨੇ ਜਿਹੜੇ 2016 ਤੋਂ ਪਹਿਲਾਂ ਜਦੋਂ ਇਹ ਐਡੀ ਵੱਡੀ ਦੁੱਖਦਾਈ ਘਟਨਾ ਹੋਈ, ਇਹ ਉਸ ਪਾਰਟੀ ਦੇ ਸਭ ਤੋਂ ਵੱਡੇ ਚਿਹਰੇ ਸੀ ਬੀਜੇਪੀ ਅਕਾਲੀ ਦਲ ਦੇ। ਇਹ ਸਰਦਾਰ ਜੀ ਸਭ ਤੋਂ ਵੱਧ ਜੇ ਕੰਪੇਨ ਕਰਦੇ ਸੀ ਉਹਨਾਂ ਦੇ ਬਾਕੀ ਸਟੇਟਾਂ 'ਚ ਵੀ ਜਾ ਕੇ, ਤਾਂ ਇਹ ਹੁੱਬ ਕੇ ਕਰਦੇ ਸੀ, ਠੋਕੋ ਤਾੜੀ ਕਰਦੇ ਸੀ। 2016 'ਚ ਜਦੋਂ 17 'ਚ ਤਾਂ ਇਲੈਕਸ਼ਨਾਂ ਹੀ ਫਰਵਰੀ 'ਚ ਆ ਗਿਆ, 16 ਨਵੰਬਰ 'ਚ ਇਹਨਾਂ ਨੇ ਕਾਂਗਰਸ ਪਾਰਟੀ 2016 'ਚ ਇਹਨਾਂ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਆ ਤੇ ਉਦੋਂ ਬਾਅਦ 4.5 ਸਾਲ ਆਪਾਂ ਇੱਧਰ ਰਹੇ, ਹਜੇ ਵੀ ਵਿੱਚ ਹੀ ਆ। ਤੇ ਹੁਣ ਜਦੋਂ ਵੀ ਸਰਕਾਰਾਂ ਜਿਹੜੀਆਂ ਕੰਮ ਕਰਦੀਆਂ ਉਹਨਾਂ ਤੇ ਚੰਗੇ ਕੰਮ ਵੀ ਲੱਗਦੇ ਆ, ਉਹਨਾਂ ਤੇ ਮਾੜੇ ਕੰਮ ਵੀ ਲੱਗਦੇ ਆ। ਇਹ ਨਹੀਂ ਹੁੰਦਾ ਵੀ ਜਦੋਂ ਹੁਣ ਪੂਰਾ ਟਾਈਮ ਉਹਦਾ ਹੋ ਜਾਏ ਤੇ ਛਾਲ ਮਾਰ ਕੇ ਦੂਜੇ ਪਾਸੇ ਭੱਜੋ। ਇਹ ਕਿਵੇਂ ਹੋ ਸਕਦਾ? ਜ਼ਿੰਮੇਵਾਰੀ ਪੂਰੀ ਟੀਮ ਦੀ 11 ਦੇ 11 ਪਲੇਅਰਾਂ ਦੀ ਹੁੰਦੀ ਆ ਕਿ ਚਾਹੇ ਜਿਹੜੇ ਨਾਲ ਐਕਸਟਰਾ ਬੈਠੇ ਹੁੰਦੇ ਉਹਨਾਂ ਦੀ ਵੀ ਉਨੀ ਜ਼ਿੰਮੇਵਾਰੀ ਹੁੰਦੀ ਆ ਹਾਰ ਜਿੱਤ। ਇਹ ਨਹੀਂ ਹੋ ਸਕਦਾ ਵੀ ਬਾਹਰ ਨਿਕਲ ਕੇ ਕੱਲਾ ਜੇ ਹਾਰ ਕਹਿ ਦੋ ਕੱਲੇ ਕਪਤਾਨ ਦੀ ਤੇ ਜਿੱਤ ਸਾਰਿਆਂ ਦੀ, ਇਹ ਨਹੀਂ ਹੈ। ਇਸ ਕਰਕੇ ਪਹਿਲਾਂ ਵੀ ਤੁਸੀਂ ਉਹਨਾਂ ਨਾਲ ਰਹੇ ਤੇ ਜਦੋਂ ਦੇਖਿਆ ਲੋਕਾਂ ਦਾ ਹੱਲ ਕਿੱਧਰ ਨੂੰ ਆ, ਉਸ ਕਿਸ਼ਤੀ ਤੋਂ ਛਾਲ ਮਾਰ ਗਏ। ਤੇ ਹੁਣ ਜਦੋਂ ਕਾਂਗਰਸ ਪਾਰਟੀ ਜਿਨ੍ਹਾਂ ਦੀ ਸਰਕਾਰ ਬਣੀ ਹੈ, ਗੱਲ ਤਾਂ ਇਹ ਆ ਵੀ ਤੁਸੀਂ ਇਕੱਠੇ ਹੋ ਕੇ, ਲੀਡਰ ਤਾਂ ਉਹ ਹੁੰਦਾ, ਛੱਡ ਕੇ ਭੱਜਣ ਵਾਲੇ ਨੂੰ ਲੀਡਰ ਨਹੀਂ ਕਹਿੰਦੇ। ਲੀਡਰ ਉਹ ਹੁੰਦਾ ਜਿਹੜਾ ਵਿੱਚ ਬਹਿ ਕੇ ਸਾਰਿਆਂ ਨੂੰ ਇਕੱਠੇ ਹੋ ਕੇ ਕਿਸ ਤਰੀਕੇ ਨਾਲ ਇਸ ਘੜੀ ਚੋਂ ਆਪਾਂ ਨਿਕਲਣਾ, ਕਿਸ ਤਰੀਕੇ ਨਾਲ ਲੋਕਾਂ ਨੂੰ ਸੱਚਾਈ ਲੋਕਾਂ ਦੇ ਸਾਹਮਣੇ ਲੈ ਕੇ ਜਾਣੀ ਹੈ। ਗੱਲ ਤਾਂ ਉਹਦੀ ਆ। ਭੱਜਣਾ ਤਾਂ ਬਹੁਤ ਸੌਖਾ ਹੁੰਦਾ, ਭੱਜਦੇ ਤਾਂ ਕਾਇਰ ਹੁੰਦੇ ਆ। ਤੇ ਜਦੋਂ ਔਖੀ ਘੜੀ ਆਏ ਤੇ ਤੁਸੀਂ ਆਪਣੇ ਨਾਲ ਲੋਕਾਂ ਨੂੰ ਜੋੜੋ, ਐਮਐਲਏ ਮੰਤਰੀ ਸਭ ਗੱਲ ਕਰੋ ਬੈਠ ਕੇ ਵੀ ਹੁਣ ਇਸ ਹੋ ਗਿਆ ਜੋ ਹੋ ਗਿਆ, ਬਹੁਤ ਮਾੜਾ ਹੋਇਆ। ਇਹ ਸਿਰਫ ਹੋਇਆ ਇਸ ਕਰਕੇ ਆ ਵੀ ਗੱਲ ਕਿਸੇ ਤੱਕ ਪਹੁੰਚਦੀ ਨਹੀਂ।
ਜੇ ਪਹੁੰਚਦੀ ਆ ਤਾਂ ਅਫਸਰ ਸਮਾਨ ਨੇ ਜਿਹੜੇ ਉਹ ਬਹੁਤ ਜ਼ਿਆਦਾ ਮੈਂ ਸਮਝਦਾ ਕਿਤੇ ਨਾ ਕਿਤੇ ਹੋਰ ਤਰ੍ਹਾਂ ਦਾ ਜਿਹੜਾ ਵਾਤਾਵਰਨ ਆ ਉਹ ਜਚਾ ਕੇ ਰੱਖਦੇ ਆ। ਮੈਂ ਜਿਵੇਂ ਕਿਹਾ ਵੀ ਇਹਨਾਂ ਨੇ ਤਾਂ ਦੁਬਾਰਾ ਸਰਕਾਰ ਜਿਹਦੀ ਬਣ ਗਈ ਝੋਲਾ ਚੱਕ ਕੇ ਉਧਰ ਤੁਰ ਜਾਣਾ ਹੈ। ਇਸ ਕਰਕੇ ਝੱਲਣੀਆਂ ਤਾਂ ਇਹ ਗਵਰਨਮੈਂਟ ਨੂੰ ਪੈਂਦੀਆਂ, ਪੋਲੀਟੀਕਲ ਬੰਦਿਆਂ ਨੂੰ ਪੈਂਦੀਆਂ। ਲੋਕ ਮਾੜਾ ਕਿਸੇ ਸੁਣਿਆ ਕਦੇ ਕਿਸੇ ਨੂੰ ਮਾੜਾ ਕਹਿੰਦੇ ਹੁੰਦੇ? ਲੋਕ ਅੱਜ ਇਹ ਮਾੜਾ ਕਹਿੰਦੇ ਆ ਤਾਂ ਪੋਲੀਟੀਕਲ ਬੰਦਿਆਂ ਨੂੰ ਕਹਿੰਦੇ ਆ। ਨਫ਼ਰਤ ਤਾਂ ਪੋਲੀਟੀਕਲ ਬੰਦਿਆਂ ਨਾਲ ਆ, ਹੋਰ ਕਿਸੇ ਨਾਲ ਨਹੀਂ। ਅਫਸਰ ਤਾਂ 40 ਸਾਲ ਚ ਸਰਕਾਰਾਂ ਦੇਖ ਲਓ ਕਿੰਨੀਆਂ ਬਦਲਦੀਆਂ, ਕਿੰਨੀਆਂ ਚਲੀਆਂ ਜਾਂਦੀਆਂ। ਫੈਸਲਾ ਆਪ ਲੈਣਾ ਪੈਂਦਾ ਵੀ ਕਿਹੜਾ ਬੰਦਾ ਏ ਮੇਰੀ ਸਰਕਾਰ ਚ, ਕਿਹੜਾ ਬੰਦਾ ਹੈ ਜਿਹੜਾ ਬਾਦਲਾਂ ਦੇ ਗੁੱਟ ਤੋਂ ਬਾਦਲਾਂ ਨੂੰ ਫੜ ਲੇ। ਉਹ ਬੰਦਾ ਲੱਭਣਾ ਸਾਡਾ ਕੰਮ ਸੀ। ਉਹੀ ਪਾਰਖੂ ਅੱਖ, ਉਹ ਸਾਡਾ ਕੰਮ ਸੀ ਬੰਦੇ ਲੱਭਣੇ ਵੀ ਆਹ ਬੰਦੇ ਨੇ ਜਿਹੜੇ ਗੁਰੂ ਦੇ ਸਿੱਖ, ਜਿਹੜੇ ਗੁਰੂ ਦੀ ਬੇਅਦਬੀ ਦਾ ਜਿਹੜਾ ਕੇਸ ਨੂੰ ਸਿਰੇ ਲਾਉਣਗੇ। ਪਰ ਅੱਜ ਬਹੁਤ ਬੰਦੇ ਰੋਟੀਆਂ ਉਹਦੀਆਂ ਸੇਕਣ ਦੀ ਕੋਸ਼ਿਸ਼ ਕਰਦੇ ਆ। ਕਰਨ ਦੋ, ਆਪਾਂ ਨੂੰ ਉਹਦਾ ਕੋਈ ਫਰਕ ਨਹੀਂ, ਨਾ ਮੈਨੂੰ ਕੋਈ ਫਰਕ ਆ। ਇਹ ਬੜਾ ਪ੍ਰਮਾਤਮਾ ਸਚਾਈ ਹੈ ਜਿਹੜੀ, ਜਿਹਦੇ ਨਾਲ ਜਿਹੜਾ ਸੱਚਾ ਬੰਦਾ ਉਹਦੇ ਨਾਲ ਸਚਾਈ ਰਹਿੰਦੀ ਹੈ। ਪਰ ਭੱਜਣ ਨਾਲ ਅੱਜ ਕੁਝ ਨਹੀਂ ਬਣਨਾ। ਲੋਕ ਉਹਨੂੰ ਵੀ ਮਾਫ ਨਹੀਂ ਕਰਨਗੇ ਜਿਹੜਾ ਅੱਜ ਵਿੱਚ ਵਿਚਾਲੇ ਛੱਡ ਕੇ ਪਹਿਲਾਂ ਉਹਨਾਂ ਦੇ ਰਾਜ ਭਾਗ ਚ, ਅੱਜ ਇਹ ਕਾਂਗਰਸ ਦੇ ਰਾਜ ਭਾਗ ਚ ਆਨੰਦ ਲੈ ਕੇ ਤੇ ਫਿਰ ਹੌਲੀ ਹੌਲੀ ਨਿਕਲਦਾ। ਫਿਰ ਇਸ ਤਰੀਕੇ ਨਾਲ ਮਾਹੌਲ ਤਿਆਰ ਕਰਨਾ, ਲੋਕਾਂ ਨੂੰ ਇਸ ਤਰੀਕੇ ਨਾਲ ਭੜਕਾਉਣਾ, ਲੋਕਾਂ ਨੂੰ ਇਸ ਤਰੀਕੇ ਨਾਲ ਉਤਾਵਲਾ ਕਰਨਾ ਵੀ ਭਾਈ ਆਹ ਗੱਲ ਆ ਜਿਹੜੀ ਮੈਂ ਤਾਂ ਬਹੁਤ ਚਿਰ ਦਾ ਇਹ ਗੱਲਾਂ ਕਰਦਾ ਸੀ ਪਰ ਮੇਰੀ ਕਿਤੇ ਵਾਹ ਨਹੀਂ ਚੱਲੀ। ਇਹ ਨਹੀਂ ਹੁੰਦਾ। ਫਿਰ ਉਹ ਲੀਡਰ ਕਾਹਦਾ ਹੈ ਜੇ ਉਹਦੀ ਵਾਹ ਨਾ ਚੱਲੇ? ਵਿੱਚ ਬਹਿ ਕੇ ਕੈਬਨਿਟ 'ਚ ਬੈਠੇ ਸੀ ਜਦੋਂ ਜਨਾਬ, ਉਦੋਂ ਕੀ ਕਰਦੇ ਸੀ? ਜਦੋਂ ਪਾਰਟੀ ਤੁਹਾਨੂੰ ਹਰ ਜਗ੍ਹਾ ਤੇ ਟੌਪ ਹਾਈਐਸਟ ਲੀਡਰਸ਼ਿਪ ਆ ਜਿਹੜੀ, ਉਹ ਤੁਹਾਡੇ ਨਾਲ ਗੱਲਾਂ ਕਰਦੀ ਸੀ ਹਰ ਵੇਲੇ। ਤੇ ਇਸ ਕਰਕੇ ਇਹ ਗੱਲਾਂ ਜਿਹੜੀਆਂ ਏ ਇਸੇ ਤਰੀਕੇ ਨਾਲ ਐ ਛੁਟਕਾਰਾ ਨਹੀਂ ਪੈਣਾ। ਤੇ ਸਾਰੇ ਮੇਰੀ ਰਿਕੁਐਸਟ ਆ, ਐਮਐਲਏ ਨੇ ਇਲੈਕਸ਼ਨਾਂ 'ਚ ਲੜਨ ਜਾਣਾ। ਐਮਐਲਏ ਨੇ ਜਿਹੜੇ 117 ਨੇ, ਉਦੋਂ ਬਾਅਦ ਜਿਹਨੇ ਸਭ ਤੋਂ ਪਹਿਲਾਂ ਫੇਸ ਕਰਨਾ ਹੈ, ਲੋਕਾਂ ਨੂੰ ਫੇਸ ਕਰਨਾ ਹੈ। ਸਭ ਤੋਂ ਵੱਧ ਅੱਜ ਅਸੀਂ ਇਸ ਸਥਿਤੀ 'ਚ ਲਿਆ ਕੇ ਖੜਾ ਕਰਤਾ ਵੀ ਅੱਜ ਉਹ ਲੋਕਾਂ 'ਚ ਜਾਣ ਕਿਵੇਂ, ਤੇ ਆਪਾਂ ਸਾਰੇ ਇਕੱਠੇ ਹੋ ਕੇ ਬੈਠੀਏ, ਗੱਲਬਾਤ ਕਰੀਏ ਕਿਸ ਤਰੀਕੇ ਨਾਲ ਆਪਣਾ, ਕਿਸ ਤਰੀਕੇ ਨਾਲ ਜਿਹੜੀ ਪੰਜਾਬ ਦੀਆਂ ਪ੍ਰਾਪਤੀਆਂ ਉਹ ਲੋਕਾਂ 'ਚ ਲੈ ਕੇ ਜਾਣੀਆਂ। ਉਹ 'ਚ ਬੜੀ ਵੱਡੀ ਸਾਤੋਂ ਕਮੀ ਰਹਿ ਗਈ। ਅਸੀਂ ਵੀ ਉਹਦੇ ਵਿੱਚ ਆ ਵੀ ਜਿਹੜਾ ਲੋਕਾਂ ਤੱਕ ਅਸੀਂ ਕੱਲੀ ਗੱਲ ਆ ਜਿਹੜੀ ਉਹ ਲੋਕਾਂ ਜਾ ਕੇ ਦੱਸ ਨਹੀਂ ਸਕੇ ਵੀ ਅਸੀਂ ਕੀ ਕੀਤਾ। ਤੇ ਇਸ ਕਰਕੇ ਹਜੇ ਵੀ ਸਾਡੇ ਕੋਲ 8 ਮਹੀਨੇ ਦਾ ਟਾਈਮ ਆ। ਅਸੀਂ ਇਹੋ ਜਿਹੇ ਬੰਦਿਆਂ ਨੂੰ ਛੱਡ ਕੇ ਜਿਹੜੇ ਇਹ ਬਿਆਨਬਾਜ਼ੀ ਕਰਦੇ ਆ, ਆਪ ਹੀ ਜਿਹੜਾ ਮੈਂ ਇਹ ਕਿਉਂ ਕਹਿਣਾ ਵੀ ਬਾਹਰ ਨਿਕਲ ਕੇ ਇਸ ਵੇਲੇ ਸਾਰੇ ਕੈਬਨਿਟ ਕੁਲੀਗ ਦੱਸਣ ਵੀ ਇਹ ਕੀ ਕਰਦਾ ਸੀ ਭਾਈ। ਇਹ ਨਹੀਂ ਕੱਲਾ ਹੁੰਦਾ ਵਿਧਾਨ ਸਭਾ 'ਚ ਬੋਲ ਕੇ ਪੱਲਾ ਅੱਡ ਕੇ, ਉਦੋਂ ਬਾਅਦ ਤੁਸੀਂ ਕੀ ਰੋਲ ਅਦਾ ਕੀਤਾ ਹੈ। ਤੇ ਇਸ ਕਰਕੇ ਮੂਰੇ ਹੋ ਕੇ ਅੱਜ ਡਟ ਕੇ ਜਿੰਨਾ ਲੜ ਸਕਦੇ ਹੋ ਲੜੀਏ, ਜਿੰਨਾ ਜੂਝ ਸਕਦੇ ਹਾਂ ਜੂਝੀਏ, ਕਿਉਂਕਿ ਆਪਾਂ ਲੋਕਾਂ ਨੂੰ ਫੇਸ ਕਰਨਾ। ਇਸ ਕਰਕੇ ਜਿੰਨਾ ਜਲਦੀ ਦੁਬਾਰਾ ਜਿਹੜੇ ਡੁੱਲੇ ਹੋਏ ਬੇਰਾਂ ਦਾ ਕੁਝ ਨਹੀਂ ਵਿਗੜਿਆ। ਇਸ ਕਰਕੇ ਜਲਦੀ ਤੋਂ ਜਲਦੀ 8 ਮਹੀਨੇ 'ਚ ਜਿਵੇਂ ਵੀ ਕਰਨਾ, ਨਵੀਂ SIT ਬਣਨੀ ਆ, ਕੀ ਬਣਨਾ, ਕਿਹੜੇ ਅਫਸਰ, ਉਹ 'ਚ ਵੀ ਤੁਹਾਨੂੰ ਬਹੁਤ ਇਸ ਵੇਲੇ ਕਿਉਂਕਿ ਟਾਈਮ ਐਸਾ ਹੈ, ਬਹੁਤ ਔਖੇ ਫੈਸਲੇ, ਜਿਹੜੇ ਕੌੜੇ ਫੈਸਲੇ ਲੈਣੇ ਪੈਣਗੇ ਤਾਂ ਲੋਕਾਂ ਦੇ ਵਿੱਚ ਦੁਬਾਰਾ ਵਿਸ਼ਵਾਸ ਆਊਗਾ। ਇਕੱਲੇ ਸ਼ੇਰੋ ਸ਼ਾਇਰੀ ਨਾਲ ਲੋਕਾਂ ਨੂੰ, ਸਿਰਫ ਲੋਕਾਂ ਨੂੰ ਭੜਕਾਉਣਾ, ਲੋਕਾਂ ਨੂੰ ਗੁੰਮਰਾਹ ਕਰਨਾ, ਉਹਦੇ ਨਾਲ ਕੰਮ ਨਹੀਂ ਬਣਨਾ। ਕਿਉਂਕਿ ਦੋਨੋਂ ਪਾਸੇ ਰਾਜ ਸੱਤਾ 'ਚ ਤੁਸੀਂ ਰਹੋਗੇ, ਤੁਸੀਂ ਉਹ ਆਨੰਦ ਮਾਣਿਆ ਹੈ। ਤੇ ਮੈਂ ਦੁਬਾਰਾ ਕਹੂੰਗਾ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਮੈਂ ਬਾਰ-ਬਾਰ ਇਹ ਕਿਹਾ ਸੀ ਵੀ ਤੁਸੀਂ ਬਹੁਤ ਵੱਡਾ ਤੁਹਾਡਾ ਪਰਿਵਾਰ, ਵੱਡਾ ਤੁਹਾਡਾ ਨਾਂ, ਸਿੱਖਾਂ ਖਾਤਰ, ਪੰਜਾਬੀਆਂ ਖਾਤਰ ਤੁਸੀਂ ਅਸਤੀਫੇ ਦਿੱਤੇ। ਅੱਜ ਛੋਟੀ ਜੀ ਇਹ ਜ਼ਿੰਦਗੀ ਆ ਜਿਹਦੇ ਵਿੱਚ ਪ੍ਰਮਾਤਮਾ ਨੇ ਤੁਹਾਨੂੰ ਇੰਨਾ ਕੁਝ ਬਖਸ਼ਿਆ ਹੈ। ਤੇ ਹੁਣ ਇਹ ਬਹੁਤ ਵੱਡਾ ਤੁਹਾਡੀ ਕ੍ਰੈਡੀਬਿਲਿਟੀ ਤੇ, ਤੁਹਾਡੇ ਤੇ ਬਹੁਤ ਬੜਾ ਇੱਕ ਮੈਂ ਸਮਝਦਾ ਇਹ ਜ਼ਿੰਮੇਵਾਰੀ ਆ ਵੀ ਤੁਸੀਂ ਜਲਦੀ ਤੋਂ ਜਲਦੀ, ਸਭ ਨੂੰ ਤੁਸੀਂ ਰਾਜ ਭਾਗ ਦਿੱਤੇ, ਸਭ ਨੂੰ ਤੁਸੀਂ ਮਿਨਿਸਟਰੀਆਂ ਦਿੱਤੀਆਂ, ਸਭ ਨੇ ਤੁਹਾਡੀ ਗੱਲ ਮੰਨੀ। ਪਰ ਅੱਜ ਔਖੇ ਵੇਲੇ, ਜਦੋਂ ਔਖੀ ਘੜੀ ਆ, ਅੱਜ ਪਤਾ ਲੱਗੂ ਕੌਣ ਖੜਦਾ, ਕੌਣ ਗੱਲ ਕਰਦਾ ਤੇ ਕਿਸ ਤਰੀਕੇ ਨਾਲ ਇਹ ਕਿਸ਼ਤੀ ਨੂੰ ਆਪਾਂ ਪਾਰ ਲਾਉਨੇ ਆ। ਕਈ ਬੋਲ ਕੌੜੇ ਲੱਗ ਸਕਦੇ ਆ, ਸਖਤ ਲੱਗ ਸਕਦੇ ਆ, ਪਰ ਆਪਣਿਆਂ ਦੇ ਕਹੇ ਫਿਰ ਵੀ ਜਰ ਲਏ ਜਾਂਦੇ ਆ। ਪਰ ਜਦੋਂ ਦੁਸ਼ਮਣ ਵਾਰ ਕਰਦਾ ਏ ਤੇ ਦੁਸ਼ਮਣ, ਮੈਂ ਸਮਝਦਾ ਉਹਦੇ ਤੀਰ ਬਿੰਨ ਕੇ ਰੱਖ ਦਿੰਦੇ ਆ। ਅੱਜ ਜਿਹੜੇ ਦੁਸ਼ਮਣ ਨੇ ਉਹ ਹੁਣ 4 ਮਹੀਨੇ 'ਚ ਬਹੁਤ ਕੁਝ ਕਰਨਗੇ, ਬੜੀਆਂ ਗੱਲਾਂ ਕੱਢ ਕੇ ਲਿਆਉਣਾ, ਬੈਠੇ ਰਹਿੰਦੇ ਆ ਤਾਕ ਤੇ,
ਤੇ ਇਸ ਕਰਕੇ ਉਹ ਬੰਦੇ ਬਿਲਕੁਲ ਸਿਰ ਨਾ ਚੱਕ ਸਕਣ। ਇਹ ਫੈਸਲਾ ਆਪਾਂ ਨੂੰ ਸਾਰਿਆਂ ਨੂੰ ਤੇ ਖਾਸ ਤੌਰ ਤੇ ਕੈਬਨਿਟ ਕੁਲੀਗਸ ਜਿਹੜੇ ਕੈਬਨਿਟ ਮੰਤਰੀ ਨੇ, ਉਹ ਮੈਂ ਸਮਝਦਾ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਬਹਿ ਕੇ ਆਉਣ ਵਾਲੇ ਦਿਨਾਂ 'ਚ ਤਕੜੀ ਰਣਨੀਤੀ ਕਿਸ ਤਰੀਕੇ ਨਾਲ ਕੰਮ ਕਰਨਾ, ਇਸ ਵੇਲੇ ਅਲੱਗ-ਅਲੱਗ ਹੋ ਕੇ ਨਹੀਂ, ਇਕੱਠੇ ਹੋ ਕੇ ਬਹਿ ਕੇ ਮੁਕਾਬਲਾ ਕਰਨਾ ਪਊਗਾ। ਜਿਹੜੇ ਸਾਡੇ ਅੰਦਰ ਨੁਕਸਾਨ ਕਰ ਰਹੇ ਆ ਉਹਨਾਂ ਦਾ ਵੀ, ਤੇ ਜਿਹੜੀ ਸੱਚਾਈ ਇਮਾਨਦਾਰੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੇਸ ਦੇ ਵਿੱਚ, ਉਹ ਕੱਢ ਕੇ ਆਪਾਂ ਲੋਕਾਂ ਦੇ ਮੂਹਰੇ ਰੱਖੀਏ। ਉਸ ਤੋਂ ਬਾਅਦ ਲੋਕਾਂ ਦਾ ਜੋ ਫਤਵਾ ਹੋ ਮਨਜ਼ੂਰ ਹੋ, ਪਰ ਸੱਚ ਕੱਢ ਕੇ ਜਾਣਾ ਪਊ। ਨਹੀਂ ਮੈਂ ਸਮਝਦਾ ਜੋ ਕੁਝ ਅੱਜ ਮੀਡੀਆ 'ਚ ਜੋ ਕੁਝ ਲੋਕ ਆਪਾਂ ਨੂੰ ਸੋਸ਼ਲ ਮੀਡੀਆ 'ਚ ਜੋ ਕੁਝ ਕਹਿ ਰਹੇ ਆ, ਉਹ ਮੈਂ ਸਮਝਦਾ ਆਪਣੇ ਸਹਿਣਯੋਗ ਨਹੀਂਗਾ। ਤੇ ਦੂਜੀ ਗੱਲ, ਅਸੀਂ ਸਹੀਏ ਵੀ ਕਿਉਂ? ਅਸੀਂ ਕੋਈ ਗੁਨਾਹ ਕੀਤਾ? ਅਸੀਂ ਕੋਈ ਪਾਪ ਕੀਤਾ? ਉਹਨਾਂ ਦਾ ਕੀਤਾ ਹੋਇਆ ਪਾਪ, ਉਹਨਾਂ ਦੇ ਕੀਤੇ ਹੋਏ ਗੁਨਾਹ ਅਸੀਂ ਆਪਣੇ ਸਿਰ ਤੇ ਕਿਵੇਂ ਲੈ ਲਾਂਗੇ? ਇਹ ਗੱਲ ਮਨਜ਼ੂਰ ਨਹੀਂ। ਉਹਨਾਂ ਦੇ ਸਿਰ, ਉਹਨਾਂ ਦੀ ਸਜ਼ਾ ਉਹਨਾਂ ਨੂੰ ਦੇ ਕੇ ਆਪਾਂ ਨੂੰ ਜਾਣਾ ਪਊਗਾ, ਤਾਂ ਲੋਕਾਂ ਦੇ ਵਿੱਚ ਆਪਾਂ ਜਾ ਸਕਾਂਗੇ। ਇਹੀ ਇਕੱਲੇ ਮੈਂ ਸਮਝਦਾ ਕਾਂਗਰਸ ਦੇ ਵਰਕਰ ਦੀ, ਇਕੱਲੇ ਕਾਂਗਰਸ ਦੇ ਲੀਡਰ ਦੀ ਅੱਜ ਇਹੀ ਹਰੇਕ ਦੀ ਮੰਗ ਆ ਵੀ ਅਸੀਂ ਇਹ ਬਾਦਲਾਂ ਦੇ ਬੋਝ ਆ ਜਿਹੜਾ, ਉਹ ਬਿਲਕੁਲ ਅਸੀਂ ਉਹਦੇ ਥੱਲੇ ਭਾਰ ਦੇ ਦਬਣਾ ਨਹੀਂ। ਇਹਨਾਂ ਨੂੰ ਸਜ਼ਾ ਦੇ ਕੇ ਅਸੀਂ ਜਾਣਾ ਤੇ ਲੋਕਾਂ 'ਚ ਸੱਚੇ ਸੁੱਚੇ ਹੋ ਕੇ ਅਗਲੀ ਜਿਹੜੀ ਆ ਆਉਣ ਵਾਲੇ ਦਿਨਾਂ 'ਚ ਜਿਹੜੀ ਇਲੈਕਸ਼ਨ ਤੋਂ ਪਹਿਲਾਂ, ਕਿਉਂਕਿ ਇਲੈਕਸ਼ਨ ਦਾ ਵਰਡ ਮੈਂ ਯੂਜ਼ ਕਿਉਂ ਕਰ ਰਿਹਾ, ਕਿਉਂਕਿ ਲੋਕ ਸਾਨੂੰ ਮੈਂਡੇਟ ਦਿੰਦੇ ਆ 5 ਸਾਲ ਦਾ, ਫਤਵਾ ਦਿੰਦੇ ਆ ਸਾਨੂੰ 5 ਸਾਲ ਦਾ ਵੀ ਆਹ 5 ਸਾਲ 'ਚ ਆਹ ਚੀਜ਼ਾਂ ਤੁਸੀਂ ਕਰਨੀਆਂ, ਤੇ ਉਹਦੇ ਵਿੱਚ ਸਭ ਤੋਂ ਪ੍ਰਮੁੱਖ ਸਾਡਾ ਇਹ ਏਜੰਡਾ ਸੀ। ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਹੈ ਉਹਨੂੰ ਕਿਸ ਤਰੀਕੇ ਨਾਲ ਮੂਹਰੇ ਲੋਕਾਂ ਦੇ ਲੈ ਕੇ ਜਾਣਾ, ਪਾਪੀਆਂ ਨੂੰ ਕਿਸ ਤਰੀਕੇ ਨਾਲ ਲੋਕਾਂ ਦੇ ਮੂਹਰੇ ਕੱਢਣਾ ਹੈ, ਉਹ ਸਭ ਤੋਂ ਵੱਡਾ ਸੀ। ਤੇ ਸਾਰੇ ਇਕੱਠੇ ਹੋ ਕੇ ਇਸ ਚੀਜ਼ ਨੂੰ, ਸੱਚਾਈ ਨੂੰ ਕੱਢ ਕੇ, ਉਦੋਂ ਉੱਤੇ ਆਪਣੇ ਲਈ ਕੁਝ ਵੀ ਨਹੀਂ ਹੈ, ਸਭ ਗੱਲਾਂ ਪਿੱਛੇ ਆ, ਉਹ ਕੱਢ ਕੇ ਲੈ ਕੇ ਆਈਏ। ਤੇ ਮੈਂ ਸਮਝਦਾ ਗੁਰੂ ਆਪਣੇ ਤੇ ਕਿਰਪਾ ਕਰੂ, ਗੁਰੂ ਮਹਾਰਾਜ ਆਪਣੀ ਜਿੱਤ ਕਰਾਊਗਾ। ਤੇ ਪਰ ਮੂਹਰੇ ਹੋਣਾ ਪੈਣਾ, ਪਿੱਛੇ ਨਹੀਂ। ਇਸ ਵੇਲੇ ਪਿੱਛੇ ਨਹੀਂ, ਮੂਹਰੇ ਆ ਕੇ ਸਾਰੇ ਇਸ ਗੱਲ ਦੀ, ਸਰਕਾਰ ਦੀ ਇਸ ਜਿਹੜਾ ਮੈਂ ਸਮਝਦਾ ਇਸ ਵੇਲੇ ਦੋ ਚਿੱਤੀ ਦੁਬਿਧਾ ਜਿਹੜੀ ਫਸੀ ਹੋਈ ਆ, ਉਹ ਚੋਂ ਸਾਰੇ ਆ ਕੇ ਰਲ ਕੇ ਇਹਨੂੰ ਕੱਢੀਏ। ਧੰਨਵਾਦ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ। ਹੱਕ ਸੱਚ ਦਾ ਸਾਂਝਾ ਮੁਹਾਜ਼, ਸਾਂਝਾ ਮੁੱਦਾ ਚੈਨਲ ਨੂੰ ਤੁਸੀਂ ਸਾਰਿਆਂ ਨੇ ਸਬਸਕ੍ਰਾਈਬ ਕਰਨਾ ਔਰ ਬਹੁਤ ਸਾਰਾ ਪਿਆਰ ਦੇਣਾ, ਲਾਈਕ ਕਰਨਾ, ਸ਼ੇਅਰ ਕਰਨਾ।